ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਅਧਿਕਾਰੀਆਂ ਨੂੰ ਇੱਕ ਸਖਤ ਤਰੀਕੇ ਨਾਲ ਹੁਕਮ ਦੇ ਦਿੱਤਾ ਹੈ। ਇਹ ਹੁਕਮ ਦੇ ਵਿੱਚ ਕੀ ਕਿਹਾ ਗਿਆ, ਖਾਸ ਕਰਕੇ ਦਿੱਲੀ ਜਾਣ ਵਾਲੇ ਜਾਂ ਹੋਰ ਥਾਵਾਂ ਦੇ ਉੱਤੇ ਦੌਰੇ ਦੇ ਉੱਤੇ ਜਾਣ ਵਾਲੇ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਗਏ ਨੇ, ਹੁਕਮ ਦਿੱਤੇ ਗਏ ਨੇ। ਉਹ ਨਾ ਤਾਂ ਮਹਿੰਗੇ ਸਫ਼ਰ ਕਰ ਸਕਦੇ ਨੇ ਹੁਣ, ਨਾ ਹੀ ਮਹਿੰਗੇ ਹੋਟਲਾਂ ਦੇ ਵਿੱਚ ਠਾਠ ਬਾਠ ਦੇ ਨਾਲ ਰਹਿ ਸਕਦੇ ਨੇ। ਸਰਕਾਰੀ ਗੈਸਟ ਹਾਊਸ ਵਰਤੇ ਜਾਣ, ਇਸ ਗੱਲ ਨੂੰ ਲੈ ਕੇ ਰਾਜਪਾਲ ਨੇ ਹੁਕਮ ਦਿੱਤਾ ਹੈ। ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਹ ਹੁਕਮ ਕਿਉਂ ਦਿੱਤਾ ਹੈ, ਇਸ ਤੋਂ ਪਹਿਲਾਂ ਇਹ ਵੀ ਦੱਸਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹੁਕਮ ਆਪਣੇ ਵਿਧਾਇਕਾਂ ਨੂੰ ਦਿੱਤਾ ਸੀ, ਉਸ ਦੇ ਉੱਤੇ ਕਿੰਨਾ ਕੁ ਅਮਲ ਹੋਇਆ। ਪਰ ਇੱਥੇ ਗੱਲ ਕਰ ਰਹੇ ਹਾਂ, ਫਿਲਹਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਦਿੱਲੀ ਦੌਰੇ ਤੇ ਜਾਣ ਵਾਲੇ ਖਾਸ ਕਰਕੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹਵਾਈ ਯਾਤਰਾ ਤੇ ਜਿਹੜੇ 5 ਸਟਾਰ ਤੇ ਮਹਿੰਗੇ ਹੋਟਲ ਨੇ ਜਿਹੜੇ, ਉਸ ਦੀ ਸਹੂਲਤ ਹੁਣ ਨਹੀਂ ਮਿਲੇਗੀ। ਇਹ ਹੁਕਮ ਦੇ ਦਿੱਤਾ ਗਿਆ। ਹਾਲਾਂਕਿ ਇਹ ਹੁਕਮ ਜਿਹੜਾ ਜ਼ੁਬਾਨੀ ਕਲਾਮੀ ਨਹੀਂ ਹੋਵੇਗਾ, ਬਕਾਇਦਾ ਤੌਰ ਤੇ ਲਿਖਤੀ ਰੂਪ ਦੇ ਵਿੱਚ ਸਖਤ ਆਦੇਸ਼ ਦੇਣ ਦੀ ਗੱਲ ਆਖੀ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਗਏ ਇਸ ਹੁਕਮ ਦੇ ਵਿੱਚ ਰਾਜਪਾਲ ਨੇ ਬਕਾਇਦਾ ਤੌਰ ਤੇ ਕਿਹਾ, ਯੂਟੀ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ, ਕਿ ਦਿੱਲੀ ਦੌਰੇ ਤੇ ਜਾਣ ਵਾਲੇ ਅਧਿਕਾਰੀਆਂ ਦੇ ਲਈ ਹਵਾਈ ਯਾਤਰਾ ਸਟਾਰ ਹੋਟਲ ਨੇ ਜਿਹੜੇ, ਉਹਨਾਂ ਦੇ ਵਿੱਚ ਠਹਿਰਣ ਦੀ ਰੁਕਣ ਦੀ ਪਾਬੰਦੀ ਲਗਾ ਦਿੱਤੀ ਗਈ, ਇੱਕ ਤਰ੍ਹਾਂ ਮਨਾਹੀ ਕਰ ਦਿੱਤੀ ਗਈ ਹੈ। ਉਹਨਾਂ ਦੇ ਸਲਾਹਕਾਰ ਦੇ ਵੱਲੋਂ ਲਿਖੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਜ਼ਿੰਮੇਦਾਰ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਦਾ ਵੀ ਨੈਤਿਕਤਾ ਦੇ ਤੌਰ ਦੇ ਉੱਤੇ ਫਰਜ਼ ਬਣਦਾ ਹੈ, ਕਰਤੱਵ ਬਣਦਾ ਹੈ ਕਿ ਸਰਵਜਨਕ ਜਿਹੜਾ ਪਬਲਿਕ ਦਾ ਫੰਡ ਹੈ ਉਸ ਦੀ ਬਰਬਾਦੀ ਨਾ ਹੋਵੇ ਤੇ ਉਸ ਨੂੰ ਫਜ਼ੂਲ ਖਰਚੀ ਤੋਂ ਬਚਾਉਣਾ ਚਾਹੀਦਾ ਹੈ। ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਲਿਖਤੀ ਰੂਪ ਦੇ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਦੇ ਵੱਲੋਂ ਪੱਤਰਕਾਰ ਲਿਖ ਦਿੱਤਾ ਗਿਆ ਹੈ। ਮੋਟੀਆਂ ਦੋ ਗੱਲਾਂ ਲਿਖੀਆਂ ਗਈਆਂ ਨੇ। ਇੱਕ ਤਾਂ ਇਹ ਕਿ ਜਿਹੜੀ ਬਿਜ਼ਨਸ ਕਲਾਸ ਹੈ ਹਵਾਈ ਯਾਤਰਾ, ਉਸ ਤੋਂ ਪਰਹੇਜ਼ ਕਰਨਾ ਹੀ ਨਹੀਂ ਹੈ, ਬਲਕਿ ਮਨਾਹੀ ਕਰ ਦਿੱਤੀ ਗਈ ਹੈ। ਜਦੋਂ ਖਰਚੇ ਪਾਏ ਜਾਣਗੇ ਕਿਤੇ ਵੀ ਦੌਰੇ ਦੇ ਜਾਂ ਦਿੱਲੀ ਜਾਣ ਦੇ ਖਾਸ ਕਰਕੇ, ਤਾਂ ਉਸ ਦੇ ਵਿੱਚ ਕੋਈ ਵੀ ਅਧਿਕਾਰੀ ਹੁਣ ਵਿੱਚ ਉਹ ਬਿੱਲ ਮੈਂਸ਼ਨ ਨਹੀਂ ਕਰ ਸਕੇਗਾ। ਇਸ ਦੀ ਮਨਾਹੀ ਕਰ ਦਿੱਤੀ ਗਈ ਹੈ। ਔਰ ਦੂਸਰਾ ਵੱਡਾ ਫੈਸਲਾ ਇਹ ਹੈ ਕਿ ਮਹਿੰਗੇ ਹੋਟਲਾਂ ਦੇ ਬਿੱਲ ਵੀ ਜਿਹੜੇ ਨੇ ਪ੍ਰਵਾਨ ਨਹੀਂ ਕੀਤੇ ਜਾਣਗੇ, ਪਾਸ ਨਹੀਂ ਕੀਤੇ ਜਾਣਗੇ। ਜੇਕਰ ਕੋਈ ਆਪਣੇ ਪੱਧਰ ਤੇ ਆਪਣੀ ਜੇਬ ਦੇ ਵਿੱਚੋਂ, ਜਿਸ ਨੂੰ ਸਰਕਾਰੀ ਗੈਸਟ ਹਾਊਸ ਰੜਕਦੇ ਨੇ, ਨਹੀਂ ਉਹ ਰਹਿ ਸਕਦਾ ਉੱਥੇ ਅਧਿਕਾਰੀ, ਉਹ ਆਪਣੀ ਜੇਬ ਦੇ ਵਿੱਚੋਂ ਖਰਚ ਕਰਕੇ ਜਿੱਥੇ ਮਰਜ਼ੀ ਰਹੇ, ਇਸ ਦੇ ਲਈ ਉਸ ਨੂੰ ਖੁੱਲ੍ਹ ਹੈ। ਪਰ ਸਰਕਾਰੀ ਫੰਡ ਦੇ ਵਿੱਚੋਂ ਉਸ ਨੂੰ ਇੱਕ ਵੀ ਪੈਸਾ ਇਸ ਕੰਮ ਲਈ ਨਹੀਂ ਦਿੱਤਾ ਜਾਵੇਗਾ ਕਿ ਉਹ ਪੰਜਾਬ ਪਬਲਿਕ ਦੇ ਜਿਹੜੇ ਕੰਮ ਨੂੰ ਲੈ ਕੇ ਉਹ ਜਾ ਰਿਹਾ ਹੈ ਔਰ ਉੱਥੇ ਉਹ ਮਹਿੰਗੇ ਹੋਟਲਾਂ ਵਿੱਚ ਰਵੇ ਔਰ ਬਿਜ਼ਨਸ ਕਲਾਸ ਹਵਾਈ ਯਾਤਰਾ ਦਾ ਕਰੇ। ਇਸ ਗੱਲ ਨੂੰ ਲੈ ਕੇ ਮਨਾਹੀ ਕਰ ਦਿੱਤੀ ਗਈ ਹੈ। ਨਾਲ ਹੀ ਕਿਹਾ ਗਿਆ ਕਿ ਇੱਕ ਜ਼ਿੰਮੇਵਾਰ ਅਫਸਰ ਹੋਣ ਦੇ ਨਾਤੇ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਬਲਿਕ ਦੇ ਫੰਡ ਨੂੰ ਬਚਾਇਆ ਜਾਣਾ ਚਾਹੀਦਾ ਹੈ। ਪਬਲਿਕ ਦਾ ਫੰਡ ਬਚਾਵਾਂਗੇ ਤੇ ਇਸ ਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੁੜੀਆਂ ਹੁੰਦੀਆਂ ਨੇ। ਫਜ਼ੂਲ ਖਰਚੀ ਤੋਂ ਬਚਿਆ ਜਾਵੇਗਾ ਔਰ ਜੇਕਰ ਕੋਈ ਫਜ਼ੂਲ ਖਰਚੀ ਕਰੇਗਾ ਤਾਂ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੋਵੇਗੀ। ਇਸ ਸੰਬੰਧ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਖਰਚ ਨੂੰ ਸੰਬੰਧਿਤ ਇੱਕ ਜਿਹੜੀ ਖਬਰ ਛਪੀ ਸੀ ਕਿ ਉਹਨਾਂ ਨੇ ਕਿਵੇਂ ਮਹਿੰਗੇ ਸਫ਼ਰ ਕੀਤੇ, ਮਹਿੰਗੇ ਖਰਚੇ ਕੀਤੇ, ਉਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਇਹ ਫੈਸਲਾ ਲਿਆ ਗਿਆ। ਇਹ ਵੀ ਦੱਸਿਆ ਗਿਆ ਕਿ ਇੱਕ ਅਧਿਕਾਰੀ ਨੇ ਦਿੱਲੀ ਦੇ ਵਿੱਚ 5 ਸਟਾਰ ਹੋਟਲ ਦੇ ਵਿੱਚ ਉਹ ਰੁਕਿਆ, ਕਮਰਸ਼ੀਅਲ ਉਡਾਨਾਂ ਜਿਹੜੀਆਂ ਨੇ ਉਸਨੇ ਬਿਜ਼ਨਸ ਕਲਾਸ ਯਾਤਰਾ ਕੀਤੀ ਔਰ ਇਸੇ ਸਥਿਤੀ ਨੂੰ ਧਿਆਨ ਵਿੱਚ ਮੱਦੇਨਜ਼ਰ ਰੱਖਦਿਆਂ ਹੋਇਆਂ ਫੈਸਲਾ ਲਿਆ ਗਿਆ। ਵਿਚਾਰ ਕਰਨ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਹੁਣ ਦਿੱਲੀ ਦੇ ਲਈ ਕੋਈ ਵੀ ਹਵਾਈ ਯਾਤਰਾ ਦੀ ਜਿਹੜੀ ਉਸ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਦਿੱਲੀ ਜਾਣਾ ਹੈ ਤਾਂ ਬਹੁਤ ਸਾਰੀਆਂ ਸਰਕਾਰੀ ਗੱਡੀਆਂ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੇ ਕੋਲ ਹੈਗੀਆਂ ਨੇ, ਉਹ ਤੁਸੀਂ ਵਰਤ ਸਕਦੇ ਹੋ। ਤਾਂ ਦਿੱਲੀ ਜਾਣ ਦੀ ਖਾਤਰ ਤੁਸੀਂ ਮਹਿੰਗੇ ਨਾ ਤਾਂ ਸਫ਼ਰ ਹੁਣ ਕਰ ਸਕਦੇ ਹੋ ਤੇ ਨਾ ਹੀ ਮਹਿੰਗੇ ਹੋਟਲਾਂ ਦੇ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਠਾਠ ਬਾਠ ਦੇ ਨਾਲ ਰਹਿ ਸਕਦੇ ਹੋ। ਦਿੱਲੀ ਜਾਣ ਵਾਲੇ ਸਾਰੇ ਅਧਿਕਾਰੀ ਉਹ ਸ਼ਤਾਬਦੀ ਜਾਂ ਵੰਦੇ ਭਾਰਤ ਜਿਹੜੀ ਟ੍ਰੇਨ ਹੈ ਉਸ ਦੀ ਯਾਤਰਾ ਕਰਨਗੇ। ਇਹ ਵੀ ਬਕਾਇਦਾ ਤੌਰ ਤੇ ਨਾਲ ਲਿਖ ਦਿੱਤਾ ਗਿਆ। ਔਰ ਇਹ ਸਾਰੀਆਂ ਗੱਲਾਂ ਦੇ ਵਿੱਚ ਅਧਿਕਾਰੀ ਯੂਟੀ ਗੈਸਟ ਹਾਊਸ ਦੇ ਵਿੱਚ ਪੰਜਾਬ ਭਵਨ ਜਾਂ ਹਰਿਆਣਾ ਭਵਨ ਜਿਹੜੇ ਬਣੇ ਹੋਏ ਨੇ ਉਸ ਦੇ ਵਿੱਚ ਰਹਿਣ, ਨਾ ਕਿ ਸਟਾਰ ਹੋਟਲਾਂ ਦੇ ਵਿੱਚ ਰਹਿਣ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪਹਿਲਾਂ ਇਸ ਤਰ੍ਹਾਂ ਦੇ ਕਈ ਮਸਲੇ ਸਾਹਮਣੇ ਆਏ ਸੀ ਜਿਸ ਦੀਆਂ ਖਬਰਾਂ ਵੀ ਛਪ ਗਈਆਂ ਸੀ ਕਿ ਕਿਵੇਂ ਮਹਿੰਗੇ ਹੋਟਲਾਂ ਦੇ ਵਿੱਚ ਸਫ਼ਰ ਰੁਕਿਆ ਗਿਆ, ਫਿਰ ਹਵਾਈ ਯਾਤਰਾਵਾਂ ਕੀਤੀਆਂ ਗਈਆਂ ਬਿਜ਼ਨਸ ਕਲਾਸ। ਇਸ ਕਰਕੇ ਖਰਚਾ ਜਿਹੜਾ ਉਹ ਪੰਜਾਬ ਜਨਤਾ ਦੇ ਉੱਤੇ ਪੈਂਦਾ, ਪਬਲਿਕ ਦੇ ਉੱਤੇ ਪੈਂਦਾ, ਜਿਸ ਕਰਕੇ ਉਸ ਨੂੰ ਰੋਕਿਆ ਜਾਣਾ ਲਾਜ਼ਮੀ ਸਮਝਿਆ ਤਾਂ ਇਹ ਹੁਕਮ ਦੇ ਦਿੱਤੇ ਗਏ ਨੇ। ਇਹਨਾਂ ਹੁਕਮਾਂ ਦਾ ਕਿੰਨਾ ਕੁ ਅਸਰ ਹੁੰਦਾ ਹੈ ਔਰ ਕਿੰਨੀ ਬਚਤ ਹੋਵੇਗੀ ਸਰਕਾਰੀ ਪੈਸੇ ਦੀ, ਉਸ ਗੱਲ ਨੂੰ ਹੁਣ ਲੈ ਕੇ ਧਿਆਨ ਦੇ ਵਿੱਚ ਪਤਾ ਲੱਗੇਗਾ ਕਿ ਕਿੰਨਾ ਖਰਚਾ ਸਰਕਾਰ ਦੇ
ਇਹਨਾਂ ਜਿਹੜੇ ਸਰਕਾਰੀ ਅਧਿਕਾਰੀਆਂ ਨੇ ਬਚਾ ਕੇ ਦਿੱਤਾ, ਰਾਜਪਾਲ ਦੇ ਹੁਕਮ ਨੂੰ ਮੰਨਿਆ। ਇੱਥੇ ਵੀ ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣੇ ਹੀ ਵਿਧਾਇਕਾਂ ਨੂੰ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਚੁਣੇ ਗਏ, ਵੱਖ-ਵੱਖ ਥਾਵਾਂ ਤੇ ਜਾਣਾ ਪੈਂਦਾ, ਹਾਲਾਂਕਿ ਉਹਨਾਂ ਨੂੰ ਵੀ ਹਦਾਇਤ ਦਿੱਤੀ ਗਈ ਸੀ ਕਿ ਉਹ ਸਰਕਾਰੀ ਗੈਸਟ ਹਾਊਸ ਦੀ ਵਰਤੋਂ ਕਰਨ, ਮਹਿੰਗੇ ਹੋਟਲਾਂ 'ਚ ਨਹੀਂ ਰਹਿਣਾ, ਅਸੀਂ ਲੋਕਾਂ 'ਚ ਰਹਿਣਾ, ਜਨਤਾ ਜਿਹੜੀ ਹੈ ਉਸ ਦੇ ਵਿੱਚ ਰਹਿਣਾ, ਸਾਡੀ ਸਰਕਾਰ ਲੋਕਾਂ ਦੇ ਦੁਆਰ ਚੱਲਣੀ ਹੈ। ਇਸ ਗੱਲ ਦਾ ਹੁਕਮ ਤਾਂ ਦੇ ਦਿੱਤਾ ਗਿਆ ਸੀ, ਪਰ ਸਾਰੇ ਜਾਣਦੇ ਨੇ ਕਿ ਵੱਖ-ਵੱਖ ਜਿਵੇਂ ਜ਼ਿਮਨੀ ਚੋਣ ਹੋਈ ਸੀ ਜਲੰਧਰ ਦੇ ਵਿੱਚ, ਉਦੋਂ ਵੀ ਤੇ ਅੱਗੇ ਪਿੱਛੇ ਵੀ ਜਿੱਥੇ ਜਾਂਦੇ ਨੇ ਵਿਧਾਇਕ, ਜਾਂ ਤਾਂ ਸ਼ੋਅ ਕਰਨੇ ਚਾਹੀਦੇ ਨੇ ਉਹਨਾਂ ਨੂੰ ਬਿੱਲ ਕੇ ਮੁੱਖ ਮੰਤਰੀ ਦੀ ਵੀ ਕਿਹੜੇ ਵਿਧਾਇਕ ਨੇ ਮੰਨੀ ਤੇ ਕਿਹੜੇ ਨੇ ਨਜ਼ਰ ਅੰਦਾਜ਼ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਦਾ ਵੀ ਹੁਕਮ, ਕਿਉਂਕਿ ਬਕਾਇਦਾ ਤੌਰ ਤੇ ਕਿਹਾ ਗਿਆ ਸੀ ਉਹਨਾਂ ਨੂੰ ਵੀ ਕਿ ਜਿਹੜੇ ਘੱਟੋ ਘੱਟ ਸਰਕਾਰੀ ਅਧਿਕਾਰੀ ਨੇ, ਵਿਧਾਇਕ ਨੇ, ਉਹਨਾਂ ਨੇ ਪੰਜਾਬ ਦੇ ਅੰਦਰ ਹੀ ਇੱਕ ਦੂਜੀ ਥਾਂ ਤੇ ਜਾਣਾ ਹੁੰਦਾ, ਤੇ ਜਿੱਥੇ ਕਿਤੇ ਰਹਿਣ ਦੇ ਲਈ ਉਹਨਾਂ ਨੂੰ ਸਹੂਲਤ ਜੇ ਲੈਣਾ ਚਾਹੁੰਦੇ ਵੀ ਨੇ ਤਾਂ ਸਰਕਾਰੀ ਗੈਸਟ ਹਾਊਸ ਬਹੁਤ ਗਿਣਤੀ ਦੇ ਵਿੱਚ ਬਣੇ ਨੇ, ਰੈਨੋਵੇਸ਼ਨ ਵੀ ਕਈਆਂ ਦੀ ਹੋਈ ਹੈ, ਉਹ ਵਰਤੇ ਜਾਣ ਬਜਾਏ ਕਿ ਹੋਟਲਾਂ ਦੇ ਵਿੱਚ ਰਿਹਾ ਜਾਵੇ। ਪਰ ਕਿੰਨਿਆਂ ਨੇ ਉਹ ਗੱਲ ਮੰਨੀ, ਕਿੰਨਿਆਂ ਨੇ ਨਹੀਂ ਮੰਨੀ, ਇਸ ਗੱਲ ਦੀ ਵੀ ਜੇਕਰ ਪੜਤਾਲ ਹੋਵੇ ਤੇ ਬਹੁਤ ਸਾਰੇ ਬਿੱਲ ਜਿਹੜੇ ਹੋਟਲਾਂ ਦੇ ਉਹਨਾਂ ਦੇ ਵੀ ਨਿਕਲ ਆਉਣਗੇ। ਤਾਂ ਹੁਣ ਇਸੇ ਤਰ੍ਹਾਂ ਦਾ ਇੱਕ ਫੈਸਲਾ ਰਾਜਪਾਲ ਨੇ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਲੈ ਲਿਆ, ਔਰ ਸਰਕਾਰੀ ਅਧਿਕਾਰੀਆਂ ਨੂੰ, ਯੂਟੀ ਦੇ ਅਧਿਕਾਰੀਆਂ ਨੂੰ ਇਹ ਹੁਕਮ ਚਾੜ ਦਿੱਤਾ ਕਿ ਉਹ ਨਾ ਤਾਂ ਮਹਿੰਗਾ ਸਫ਼ਰ ਹੁਣ ਕਰ ਸਕਦੇ ਨੇ ਤੇ ਨਾ ਹੀ ਮਹਿੰਗੇ ਹੋਟਲਾਂ ਦੇ ਵਿੱਚ ਉਹ ਰਹਿ ਸਕਦੇ ਨੇ। ਤਾਂ ਇਸੇ ਕਰਕੇ ਇਸ ਦੇ ਪਿੱਛੇ ਦਲੀਲ ਇਹੀ ਦਿੱਤੀ ਗਈ ਹੈ ਕਿ ਪਬਲਿਕ ਦੇ ਫੰਡ ਨੂੰ, ਪਬਲਿਕ ਦੇ ਪੈਸੇ ਨੂੰ ਫਜ਼ੂਲ ਖਰਚੀ ਦੇ ਉੱਤੇ ਨਾ ਲਾਇਆ ਜਾਵੇ। ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਕੀ ਸਮਝਦੇ ਹੋ ਕਿ ਵਾਕਈ ਹਰੇਕ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਫੈਸਲੇ ਲੈਣ ਦੀ ਜ਼ਰੂਰਤ ਹੈ, ਜਾਂ ਫਿਰ ਜਿੱਥੇ ਜਿੱਥੇ ਲੋੜ ਹੈ ਅਧਿਕਾਰੀਆਂ ਨੂੰ ਉੱਥੇ ਹੋਰ ਕਿਹੜੀਆਂ ਹਦਾਇਤਾਂ ਦਿੱਤੀਆਂ ਜਾਣ? ਆਪਣੇ ਸੁਝਾਅ ਤੇ ਇਸ ਫੈਸਲੇ ਦੇ ਬਾਰੇ ਵੀ ਆਪਣੀ ਰਾਏ ਤੁਸੀਂ ਰੱਖ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ।